ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ। ਮੇਰ ਕਰੋ ਤ੍ਰਿਣ ਤੇ ਮੋਹਿ ਜਾਹੇ, ਗਰੀਬ ਨਵਾਜ ਨ ਦੂਸਰ ਤੋਸੋ। ਭੂਲ ਛਿਮੋ ਹਮਰੀ ਪ੍ਰਭ ਆਪਨ, ਭੂਲਣ ਹਾਰ ਕਹੂੰ ਕੋ ਹੋਸੋ। ਸੇਵ ਕਰੀ ਤੁਮਰੀ ਤਿਨ ਕੇ, ਸਭ ਹੀ ਗ੍ਰਹਿ ਦੇਖਿਤ ਦਰਬ ਪਰੋਸੋ। या कल मैं सब काल कृपान की, पारी बुझान को पारी परोसो। हे रब हे सस हे करुणानिध, मेरी अबै बिनती सुन लीजै। और न मांगत हो तुम ते कछ, चाहत हो चित में सोई कीजै। शास्त्रन स्यावत हीरण पीतर, जूझ मरो तो साच पतीजै। संत सहाय सदा जग माए, ਕਿਰਪਾ ਕਰ ਸਿਆਮੇ ਹੈ ਵਰ ਦੀਜੈ। ਪਵ ਜਲ ਤਰ ਜਾਈਦਾ ਸੰਤਾਂ ਦੀ ਸੰਗਤ ਕਰਕੇ, ਪਵ ਜਲ ਤਰ ਜਾਈਦਾ ਸੰਤਾਂ ਦੀ ਸੰਗਤ ਕਰਕੇ। ਪਵ ਜਲ ਤਰ ਜਾਈਦਾ, ਪਵ ਜਲ ਤਰ ਜਾਈਦਾ ਸੰਤਾਂ ਦੀ ਸੰਗਤ ਕਰਕੇ। ਪਵ ਜਲ ਤਰ ਜਾਈਦਾ ਸੰਤਾਂ ਦੀ ਸੰਗਤ ਕਰਕੇ। ਸੰਤਾਂ ਦੀ ਸੰਗਤ ਕਰਕੇ, ਸੰਤਾਂ ਦੀ ਸੰਗਤ ਕਰਕੇ, ਸੰਤਾਂ ਦੀ ਸੰਗਤ ਕਰਕੇ, ਸੰਤਾਂ ਦੀ ਸੰਗਤ ਕਰਕੇ। ਸੰਤਾਂ ਦੀ ਸੰਗਤ ਕਰਕੇ, ਸੰਗਤ ਕਰਕੇ, ਸੰਤਾਂ ਦੀ ਸੰਗਤ ਕਰਕੇ, ਸੰਗਤ ਕਰਕੇ।
ਪਵਜਿਲ ਤਰ ਜਾਈਦਾ ਸੰਤਾਂ ਦੀ ਸੰਗਤ ਕਰਕੇ ਪਵਜਿਲ ਤਰ ਜਾਈਦਾ ਸੰਤਾਂ ਦੀ ਸੰਗਤ ਕਰਕੇ रखी रखणहार आप उबार्यन गुर की पैरी पाए काज सवार्यन हुआ आप दयाल मन होना विसार्यन साध जना के संग भवजल तारियन साखत निंदक दुष्ट खिन माहे बिदारियन तिस साहिब की टेक नानक मने माही जिस सिमरत सुख होए सगले दुख जाहे सागर तरया जी साधु संगी साधु संगी सागर तरया जी साधु संगी साधु संगी सारिया बीबियां पढ़िया करें साधु संगी सागर दरिया साधु संगी 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 सागर तरया जी साधु संगी साधु संगी सागर तरया जी साधु संगी साधु संगी बंदना हर बंदना गुण गावो गोपाल राय बड़े भाग भेटे गुरदेवा कोट पराध मिटे हर सेवा चरण कमल जाका मन रापै सोग अगन तिस जन न व्यापै सागर तरिया साधु संगे निरपौ नाम जपो हर रंगे
ਪਰ ਤਨ ਦੁਖ ਕਿਛ ਪਾਪ ਨਾ ਫੇੜੀ, ਜਮ ਜੰਦਾਰ ਨਾ ਆਵੇ ਨੇੜੇ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਨਾਨਕ ਉਦਰੀ ਪ੍ਰਭ ਸ਼ਰਣਾਈ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਰਬ ਸੰਗਤ, ਆਪ ਜਿਤਨੇ ਵੀ ਮਾਈ ਭਾਈ ਦੂਰੋਂ ਨੇੜਿਓਂ ਚੱਲ ਕਰਕੇ ਕਾਫੀ ਲੰਮੇ ਸਮੇਂ ਤੋਂ ਲੈ ਕਰਕੇ ਹਰ ਸਾਲ ਦੀ ਤਰ੍ਹਾਂ ਮਹਾਂਪੁਰਖਾਂ ਦੀ ਮਿੱਠੀ ਯਾਦ ਵਿੱਚ ਜੁੜ ਬੈਠੇ ਹੋ। ਦਾਸ ਤੋਂ ਪਹਿਲਾਂ ਵੀ ਆਪਨੇ ਅਨੇਕਾਂ ਗੁਰੂ ਸਵਾਰੇ ਮਹਾਂਪੁਰਖਾਂ ਦੇ ਪਾਸੋਂ ਲਾਹੇ ਪ੍ਰਾਪਤ ਕੀਤੇ ਨੇ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਆਪਣੇ ਗੁਰੂ ਬਾਬਾ ਜੀ ਦੀਆਂ ਮਹਾਂਪੁਰਖਾਂ ਦੀਆਂ ਗੁਰਮੁਖਾਂ ਦੀਆਂ ਕਥਾ ਕਹਾਣੀਆਂ ਕਰਨ ਵਾਲੇ, ਸਰਵਣ ਕਰਨ ਵਾਲੇ, ਵਿਚਾਰ ਕਰਨ ਵਾਲੇ ਮਾਈ ਭਾਈ ਪੁੱਤਰ ਵੀ ਸਪੁੱਤਰ ਬਣ ਜਾਂਦੇ ਨੇ। ਕਥੜੀਆਂ ਸੰਤਾਹਾਂ ਤੇ ਸੁਖਾਊ ਪੰਧੀਆਂ, ਨਾਨਕ ਲਿਦੜੀਆਂ ਤਿੰਨਾ ਜਿੰਨਾ ਭਾਗ ਮਥਾਹੜੇ। ਇਹ ਸਮਾਂ ਹਰ ਇੱਕ ਨੂੰ ਪ੍ਰਾਪਤ ਨਹੀਂ ਹੁੰਦਾ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਜਿਸ ਕੀਰਤਨ ਨੂੰ ਗੁਰੂ ਬਾਬਾ ਜੀ ਨੇ ਪ੍ਰਧਾਨ ਆਖਿਆ, ਉਸ ਸਮੇਂ ਦੀ ਪ੍ਰਾਪਤੀ ਆਪਾਂ ਸਾਰਿਆਂ ਨੂੰ ਹੋਈ ਹੈ। ਸੱਚਖੰਡ ਵਾਸੀ ਸੰਤ ਬਾਬਾ ਗੁਰਬਚਨ ਸਿੰਘ ਜੀ, ਜਿਨ੍ਹਾਂ ਦੀ ਯਾਦ ਵਿੱਚ ਆਪਾਂ ਸਾਰੇ ਹਰ ਸਾਲ ਦੀ ਤਰ੍ਹਾਂ ਜੁੜ ਬੈਠੇ ਹਾਂ। ਮਹਾਂਪੁਰਖਾਂ ਦੀ ਯਾਦ ਵਿੱਚ ਜੁੜਨਾ ਪਰਮੇਸ਼ਰ ਦੀ ਯਾਦ ਵਿੱਚ ਜੁੜਨਾ ਹੋਇਆ ਕਰਦਾ ਹੈ, ਕਿਉਂਕਿ ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀ। ਹਰੀ ਅਤੇ ਹਰੀ ਦੇ ਪਿਆਰੇ ਇੱਕੋ ਹੀ ਹੋਇਆ ਕਰਦੇ ਨੇ, ਉਹਨਾਂ ਵਿੱਚ ਕੋਈ ਡਿਫਰੈਂਸ ਨਹੀਂ। ਕਿਸ ਤਰ੍ਹਾਂ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਹੀ, ਸਾਹਿਬ ਦਸ਼ਮੇਸ਼। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ ਕਿ ਜਿਸ ਤਰ੍ਹਾਂ ਸਮੁੰਦਰ ਦੇ ਵਿੱਚੋਂ ਤਰੰਗਾਂ ਜਲ ਦੀਆਂ ਉੱਠਦੀਆਂ ਨੇ, ਉਸ ਦੇ ਵਿੱਚ ਹੀ ਲੀਨ ਹੋ ਜਾਂਦੀਆਂ ਨੇ, ਸਮਾ ਜਾਂਦੀਆਂ ਨੇ, ਉਵੇਂ ਜਿਵੇਂ ਮਹਾਂਪੁਰਖ ਜਿਸ ਤੇ ਉਪਜੇ ਤੇ ਸਮਾਹੇ ਸਮਾਏ, ਓਏ ਸੁਖ ਨਿਦਾਨ ਉਨਹੂ ਬਨ ਆਈ। ਆਉਂਦੇ ਕਿੱਥੋਂ ਨੇ ਉਹ? ਪਰਮੇਸ਼ਰ ਆਪ ਭੇਜਦਾ, ਸਾਧ ਪਠਾਏ ਆਪ ਹਰ, ਹਮ ਤੁਮ ਤੇ ਨਾਹੀ ਦੂਰ। ਉਹ ਸਾਡੇ ਵਾਂਗ ਨਹੀਂ ਆਉਂਦੇ ਕਿ ਕਰਮਾਂ ਦੇ ਬੱਧੇ ਹੋਏ ਅਸੀਂ ਤਾਂ ਸੰਸਾਰ ਵਿੱਚ ਡਿਕਡੋਲੇ ਖਾਂਦੇ ਫਿਰ ਰਹੇ ਹਾਂ। ਮਹਾਂਪੁਰਖ ਇੱਕ ਉਦਾਹਰਣ ਦਿਆ ਕਰਦੇ, ਦ੍ਰਿਸ਼ਟਾਂਤ, ਕਿ ਜਿਸ ਤਰ੍ਹਾਂ ਦੁਨੀਆ ਦੇ ਵਿੱਚ ਜੇਲ੍ਹਾਂ ਬਣੀਆਂ ਨੇ, ਜਿਹੜਾ ਕੋਈ ਜੀਵ ਅਪਰਾਧ ਕਰਦਾ ਹੈ, ਗਲਤੀ ਕਰਦਾ ਹੈ, ਉਸਨੂੰ ਉਸ ਦੇ ਅਪਰਾਧ ਦੇ ਅਨੁਸਾਰ ਸਜ਼ਾ ਦਿੱਤੀ ਜਾਂਦੀ ਹੈ, ਕੈਦ ਹੋ ਜਾਂਦੀ ਹੈ। ਕੈਦ ਕੈਦੀ ਨੂੰ ਹੁੰਦੀ ਹੈ, ਅਪਰਾਧੀ ਨੂੰ ਹੁੰਦੀ ਹੈ। ਪਰ ਉਸੇ ਕੈਦ ਦੇ ਵਿੱਚ ਡਾਕਟਰ ਵੀ ਜਾਂਦੇ ਨੇ, ਜਿਹੜੇ ਆਪ ਕੈਦੀ ਨਹੀਂ ਹੁੰਦੇ, ਗੌਰਮੈਂਟ ਦੇ ਅਪਲਾਈ ਹੁੰਦੇ ਨੇ। ਉਹ ਚੈੱਕਅਪ ਕਰਨ ਵਾਸਤੇ, ਮੈਡੀਕਲ ਚੈੱਕਅਪ ਕਰਨ ਵਾਸਤੇ ਕੈਦੀਆਂ ਦਾ ਜਾਂਦੇ ਨੇ। ਚੈੱਕਅਪ ਕਰਕੇ ਮੈਡੀਸਨ ਦੇ ਕੇ ਵਾਪਸ ਆ ਜਾਂਦੇ ਨੇ, ਬਾਹਰ ਆ ਜਾਂਦੇ ਨੇ ਆਪਣਾ ਕੰਮ ਕਰਕੇ। ਇਵੇਂ ਜਿਵੇਂ ਜੋ ਆਫੀਸਰ ਹੁੰਦੇ ਨੇ, ਇੰਸਪੈਕਟਰ, ਦਰੋਗਾ, ਜਿਨ੍ਹਾਂ ਦੇ ਹੱਥ ਵਿੱਚ ਬੜੀ ਵੱਡੀ ਪਾਵਰ ਹੁੰਦੀ ਹੈ ਕਿ ਜੇਕਰ ਉਹ ਕੈਦੀ ਦੀ ਰਿਪੋਰਟ ਤੇ ਸਾਈਨ ਕਰ ਦੇਣ ਤਾਂ ਉਸ ਦੀ ਛੁੱਟੀ ਹੋ ਜਾਂਦੀ ਹੈ, ਸਜ਼ਾ ਮਾਫ ਵੀ ਹੋ ਜਾਂਦੀ ਹੈ, ਜ਼ਮਾਨਤ ਹੋ ਜਾਂਦੀ ਹੈ, ਕੈਦੀ ਛੁੱਟ ਜਾਂਦਾ ਹੈ। ਇਸੇ ਤਰ੍ਹਾਂ ਇਹ ਸੰਸਾਰ ਰੂਪੀ ਜੇਲ੍ਹ ਖਾਨਾ ਹੈ, ਸਾਰਾ ਸੰਸਾਰ। ਅਸੀਂ ਸਾਰੇ ਜੀਵ ਕਰਮਾਂ ਦੇ ਬੱਧੇ ਹੋਏ, ਪਿਛਲੇ ਜਨਮਾਂ ਵਿੱਚ ਕੋਈ ਕਰਮ ਕੀਤੇ, ਮਨੁੱਖਾਂ ਦੇ ਮਿਲ ਗਏ, ਉਹਨਾਂ ਦਾ ਫਲ ਸਵਰੂਪ ਅਸੀਂ ਭੁਗਤ ਰਹੇ ਹਾਂ। ਪਰ ਮਹਾਂਪੁਰਖ ਆਉਂਦੇ ਨੇ, ਉਹ ਸਾਡੇ ਵਾਂਗ ਕੈਦੀ ਨਹੀਂ, ਉਹ ਬੰਧਨਾਂ ਵਿੱਚ ਫਸੇ ਨਹੀਂ ਹੋਏ, ਉਹ ਤਾਂ ਮੁਕਤ ਨੇ। ਉਹ ਡਾਕਟਰ ਦੀ ਤਰ੍ਹਾਂ, ਉਹ ਦਰੋਗਾ ਦੀ ਤਰ੍ਹਾਂ ਸਾਨੂੰ ਇਹਨਾਂ ਬੰਧਨਾਂ ਤੋਂ ਮੁਕਤ ਕਰਾਉਣ ਵਾਸਤੇ ਜੇਲ੍ਹ ਖਾਨੇ ਵਿੱਚ, ਸੰਸਾਰ ਵਿੱਚ ਆਉਂਦੇ ਨੇ।
ਤੇ ਫਿਰ ਆ ਕੇ ਕੀ ਕਰਦੇ ਨੇ? ਸਾਡੀ ਬੰਦ ਖਲਾਸੀ ਕਰਦੇ ਨੇ, ਸਾਨੂੰ ਇਹਨਾਂ ਬੰਧਨਾਂ ਤੋਂ ਮੁਕਤ ਕਰਦੇ ਨੇ। ਤਦੀ ਗੁਰਬਾਣੀ ਵਿੱਚ ਦੱਸਿਆ, ਕੋਟ ਅਪਰਾਧੀ ਸੰਤ ਸੰਗ ਉਧਰੈ, ਜਮ ਤਾਂ ਕੈ ਨੇੜ ਨਾ ਆਵੇ। ਕਰੋੜਾਂ ਹੀ ਅਪਰਾਧੀ ਮਹਾਂਪੁਰਖਾਂ ਦੀ ਸੰਗਤ ਵਿੱਚ ਆ ਕੇ ਤਰਦੇ ਨੇ, ਕੋਈ ਗਿਣਤੀ ਨਹੀਂ ਸਾਧ ਸੰਗਤ। ਜਨਮ ਜਨਮ ਕਾ ਵਿਛੜਿਆ ਹੋਵੇ, ਤਿਨ ਹਰਿ ਸਿਉ ਆਣ ਮਿਲਾਵੇ। ਸਾਡੇ ਵਰਗੇ ਅਨੇਕਾਂ ਜਨਮਾਂ ਜਨਮਾਂ ਦੇ ਵਿਛੜੇ ਹੋਏ ਪ੍ਰਭੂ ਤੋਂ ਜੀਵਾਂ ਨੂੰ ਪ੍ਰਭੂ ਦੇ ਨਾਲ ਜੋੜ ਦਿੰਦੇ ਨੇ। ਇਸ ਵਾਸਤੇ ਸੰਸਾਰ ਦੇ ਜੇਲ੍ਹਖਾਨੇ ਵਿੱਚ ਮਹਾਂਪੁਰਖ ਪਰਮੇਸ਼ਰ ਦੇ ਭੇਜੇ ਹੋਏ ਆਉਂਦੇ ਨੇ। ਸਾਧ ਪਠਾਏ ਆਪ ਹਰ, ਹਮ ਤੁਮ ਤੇ ਨਾਹੀ ਦੂਰ। ਪਰਮੇਸ਼ਰ ਕਹਿੰਦੇ ਅਸੀਂ ਤੁਹਾਡੇ ਤੋਂ ਦੂਰ ਨਹੀਂ। ਨਾਨਕ ਭਰਮ ਪਉ ਮਿਟ ਗਏ, ਰਮਨ ਰਾਮ ਭਰਪੂਰ। ਅਤੇ ਅਸੀਂ ਉਹਨਾਂ ਮਹਾਂਪੁਰਖਾਂ ਦੀ ਉਸਤਤ ਕਰਦੇ ਹਾਂ, ਜੋ ਹਰ ਦਾਸਨ ਕੀ ਉਸਤਤ ਹੈ, ਸਾ ਹਰ ਕੀ ਵਡਿਆਈ। ਜਿਹੜੇ ਪ੍ਰਭੂ ਵਿੱਚ ਇਕਮਿਕ ਹੋ ਗਏ, ਜਿਨ੍ਹਾਂ ਨੇ ਸੰਗਤਾਂ ਨੂੰ ਨਾਮ ਨਾਲ ਜੋੜਿਆ, ਜੋ ਉਹਨਾਂ ਦੀ ਵਡਿਆਈ ਹੈ ਉਹੀ ਪਰਮੇਸ਼ਰ ਦੀ ਉਸਤਤ ਹੈ। ਹਰ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰ ਕਰਾਈ। ਪਰਮੇਸ਼ਰ ਨੂੰ ਆਪਣੀ ਵਡਿਆਈ ਚੰਗੀ ਲੱਗਦੀ ਹੈ, ਤਦੇ ਉਹ ਆਪਣੇ ਪਿਆਰੇ ਭਗਤਾਂ ਦੀ, ਮਹਾਂਪੁਰਖਾਂ ਦੀ ਸੰਸਾਰ ਤੇ ਜੈ ਜੈਕਾਰ ਕਰਵਾਉਂਦੇ ਨੇ। ਇਸ ਤਰ੍ਹਾਂ ਦੇ ਨਾਲ ਮਹਾਂਪੁਰਖਾਂ ਦੇ ਬਾਰੇ ਗੁਰੂ ਬਾਬਾ ਜੀ ਉਹਨਾਂ ਦੀ ਉਸਤਤ ਦੇ ਵਿੱਚ ਫਰਮਾਨ ਕਰਦੇ ਨੇ, ਜੋ ਕਿਛ ਕਰੈ ਸੋਈ ਪ੍ਰਭ ਮਾਨੈ, ਓਏ RAM ਨਾਮ ਰੰਗ ਰਾਤੇ। ਤਿਨ ਕੀ ਸੋਭਾ ਸਭਨੀ ਥਾਈ, ਜਿਨ ਪ੍ਰਭ ਕੇ ਚਰਨ ਪਰਾਤੇ। ਮੇਰੇ RAM ਹਰ ਸੰਤਾ ਜੇ ਵਡਨਾ ਕੋਈ। ਮਹਾਂਪੁਰਖਾਂ ਦਾ ਸੰਸਾਰ ਵਿੱਚ ਕੀ ਦਰਜਾ ਹੈ, ਕੀ ਸਟੇਟਸ ਹੈ ਮਹਾਂਪੁਰਖਾਂ ਦਾ? ਗੁਰੂ ਜੀ ਨੇ ਫਰਮਾ ਦਿੱਤਾ, ਗੁਰੂ ਅਰਜਨ ਦੇਵ ਮਹਾਰਾਜ ਜੀ ਪੰਚਮ ਪਾਤਸ਼ਾਹ ਨੇ, ਕਿ ਮਹਾਂਪੁਰਖਾਂ ਦੇ ਬਰਾਬਰ ਸੰਸਾਰ ਦੇ ਵਿੱਚ ਕੋਈ ਨਹੀਂ। ਇੱਕ ਦਫਾ ਭਗਤ ਰਵਿਦਾਸ ਜੀ ਮਹਾਰਾਜ ਦੇ ਪਾਸ ਵੀ ਇਹ ਵਿਚਾਰ ਚੱਲੀ ਸੀ, ਕੌਣ ਵੱਡਾ ਸੰਸਾਰ ਵਿੱਚ? ਪੰਡਤ ਵੱਡਾ ਜਿਸ ਨੇ ਵੇਦਾਂ ਦਾ, ਸ਼ਾਸਤਰਾਂ ਦਾ, ਸਿਮਰਤੀਆਂ ਦਾ ਅਧਿਐਨ ਕੀਤਾ, ਉਹ ਪੰਡਤ ਵੱਡੇ ਨੇ? ਜਾਂ ਫਿਰ ਚੱਕਰਵਰਤੀ ਰਾਜੇ ਵੱਡੇ ਨੇ, ਜਿਹੜੇ ਦੇਸ਼ਾਂ ਨੂੰ ਚਲਾਉਂਦੇ ਨੇ, ਜਿਨ੍ਹਾਂ ਦੇ ਥੱਲੇ ਪਰਜਾ ਸੁਖੀ ਵਸਦੀ ਹੈ? ਰਾਜੇ ਚੁਲੀ ਨੇ ਆਪ ਕੀ, ਚੱਕਰਵਰਤੀ ਰਾਜੇ ਵੱਡੇ ਨੇ? ਜਾਂ ਫਿਰ ਸੂਰਮੇ ਵੱਡੇ ਨੇ, ਜਿਹੜੇ ਜੰਗ ਯੁੱਧ ਕਰਦੇ ਨੇ? ਕੌਣ ਵੱਡਾ ਹੈ ਸੰਸਾਰ ਵਿੱਚ? ਭਗਤ ਰਵਿਦਾਸ ਜੀ ਨੇ ਕਹਿਣਾ ਕੀਤਾ, ਪੰਡਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਈ। ਨਾ ਪੰਡਤ ਵੱਡਾ, ਨਾ ਸੂਰਮਾ ਵੱਡਾ, ਨਾ ਚੱਕਰਵਰਤੀ ਰਾਜਾ ਵੱਡਾ। ਭਗਤਾਂ ਦਾ ਦਰਜਾ, ਮਹਾਂਪੁਰਖਾਂ ਦਾ ਦਰਜਾ ਸਭ ਤੋਂ ਉੱਚਾ ਮੰਨਿਆ ਗਿਆ। ਤਦੇ ਗੁਰੂ ਜੀ ਨੇ ਫਰਮਾਇਆ, ਮੇਰੇ RAM ਹਰ ਸੰਤਾ ਜੇ ਵਡਨਾ ਕੋਈ। ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ। ਉਹ ਜੀਵਾਂ ਨੂੰ ਸੰਸਾਰ ਦੇ ਭਵਜਲ ਤੋਂ ਤਾਰਦੇ ਨੇ। ਸਭ ਤੇ ਉੱਚੇ ਜਾਣੀਐ ਹੈ, ਨਾਨਕ ਨਾਮ ਪਿਆਰ। ਅਸੀਂ ਕਿਸ ਨੂੰ ਵੱਡਾ ਸਮਝਦੇ ਹਾਂ? ਜਿਸ ਦੇ ਪਾਸ ਧਨ ਨੇ, ਪਦਾਰਥ ਨੇ, ਮਾਇਆ ਹੈ। ਪਰ ਗੁਰੂ ਜੀ ਫਰਮਾਉਂਦੇ ਨੇ, ਵੱਡੇ ਵੱਡੇ ਜੋ ਦੀਸੈ ਲੋਗ, ਤਿਨ ਕੋ ਵਿਆਪੈ ਚਿੰਤਾ ਰੋਗ। ਜਿਨ੍ਹਾਂ ਨੂੰ ਅਸੀਂ ਵੱਡੇ ਸਮਝਦੇ ਹਾਂ ਉਹ ਵੱਡੇ ਨੇ। ਕੌਣ ਵੱਡਾ? ਮਾਇਆ ਵਡਿਆਈ, ਮਾਇਆ ਵੱਡੀ ਹੈ। ਗੁਰੂ ਜੀ ਕਹਿਣ ਲੱਗੇ, ਨਹੀਂ, ਸੋਈ ਵੱਡਾ ਜਿਨ RAM ਲਿਵ ਲਾਈ। ਆਓ ਸਾਰੇ ਪੜੋ ਗੱਜ ਵੱਜ ਕੇ ਤਿੰਨਾਂ ਹਿੱਸਿਆਂ ਵਿੱਚ। ਪਹਿਲੇ ਹਿੱਸੇ ਵਿੱਚ ਦਾਸ, ਦੂਸਰੇ ਹਿੱਸੇ ਵਿੱਚ ਸਾਰੇ ਭਾਈ, ਔਰ ਤੀਸਰੇ ਹਿੱਸੇ ਵਿੱਚ ਸਾਰੀਆਂ ਬੀਬੀਆਂ ਨੇ, ਜਿੰਨੀਆਂ ਵੀ ਸੰਗਤਾਂ ਬੈਠੀਆਂ ਨੇ, ਸਾਰੇ ਭਾਈ ਰਸਨਾ ਪਵਿੱਤਰ ਕਰੋ। ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ। ਨਾਨਕ ਪਉਜਲ ਪਾਰ ਪਰੇ, ਜੋ ਗਾਵੇ ਪ੍ਰਭ ਕੇ ਗੀਤ। ਸਾਰੇ ਪੜੋ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਸੋਈ ਵੱਡਾ
जीने राम लिव लाई है, सोई बड़ा जीने राम लिव लाई है। सारे पढ़िया करो, सारिया बीबियां पढ़िया करो गज बज के, पिछे तक जिन्नियां संगतां बैठियां ने। सोई बड़ा जीने राम लिव लाई है, सोई बड़ा राम लिव लाई है। राम लिव लाई है, राम लिव लाई है, राम लिव लाई है, राम लिव लाई है। राम लिव लाई जीने राम लिव लाई, राम लिव लाई है, राम लिव लाई है। सोई बड़ा जीने राम लिव लाई है, सोई बड़ा राम लिव लाई है। हाजी बड़ी बड़ी जोगी सैलो, दिन को व्यापे चिंता रो। कौन बड़ा माया बड़ाई, सो बड़ा जिन राम लिव लाई। पर निकलू जय छोड़ चले कृष्णा नहीं बुझे।
ਕਹੋ ਨਾਨਕ ਇਹ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਕੌਣ ਵੱਡਾ ਮਾਇਆ ਵਡਿਆਈ, ਮਾਇਆ ਵੱਡੀ ਹੈ। ਗੁਰੂ ਜੀ ਕਹਿਣ ਲੱਗੇ ਨਹੀਂ, ਸੋ ਵੱਡਾ ਜਿਨ ਰਾਮ ਲਿਵ ਲਾਇਆ। ਭੂਮੀਆਂ ਭੂਮ ਉਪਰ ਨਿਤ ਲੂਜੈ, ਛੋੜ ਚਲੇ ਤ੍ਰਿਸ਼ਨਾ ਨਹੀਂ ਬੂਝੈ। बड़े बड़े राजन के दावत फिरत देश, बड़े बड़े भूपन के दर्प को दलत है। बड़े बड़े राजे अपने आप नूं ताकतवर शक्तिशाली कहाउण वाले सिकंदर वर्गे, रावण वर्गे संसार तो चले गए, उन्हां दी तृष्णा नहीं बुझी। तृष्णा की है? जिस तृष्णा ने सानू परमेश्वर भुला दिता है। ਇਹ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਬਸਾਰਿਆ। ਤ੍ਰਿਸ਼ਨਾ ਉਹ ਹੈ ਜੋ ਸਾਡੀਆਂ ਇੱਛਾਵਾਂ ਨੇ ਕਿ ਇਹ ਵੀ ਮਿਲ ਜਾਵੇ, ਇਹ ਵੀ ਮਿਲ ਜਾਵੇ, ਉਹ ਵੀ ਮਿਲ ਜਾਵੇ। ਤ੍ਰਿਸ਼ਨਾ ਗੁਰੂ ਜੀ ਫਰਮਾਉਂਦੇ ਨੇ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਭੁੱਖ ਤਾਂ ਇਹ ਜੀਵ ਦੀ ਤ੍ਰਿਸ਼ਨਾ ਕਦੇ ਮੁੱਕਣ ਵਾਲੀ ਨਹੀਂ। ਭਾਵੇਂ ਪੁਰੀਆਂ ਦੇ ਜਿਤਨੇ ਵੀ ਪਦਾਰਥ ਨੇ ਖੰਡਾਂ ਬ੍ਰਹਮੰਡਾਂ ਦੇ ਇਕੱਠੇ ਕਰਕੇ ਬੰਨ ਲਏ ਜਾਣ ਗਠੜੀ ਦੇ ਵਿੱਚ, ਤਾਂ ਵੀ ਤ੍ਰਿਸ਼ਨਾ ਨਹੀਂ ਮੁੱਕਣ ਵਾਲੀ। ਬੰਨਾ ਪੁਰੀਆਂ ਭਾਰ। ਤੇ ਮਹਾਂਪੁਰਖਾਂ ਨੂੰ ਫਿਰ ਕਿਉਂ ਨਿਰਾਲਾ ਦੱਸਿਆ? ਉਹਨਾਂ ਦੀ ਕਥਾ ਨਿਰਾਲੀ ਕਿਉਂ ਦੱਸੀ ਹੈ? ਉਹ ਬੇਪਰਵਾਹ ਹੋਇਆ ਕਰਦੇ ਨੇ। ਉਹਨਾਂ ਨੇ ਮਾਇਆ ਦਾ ਵੀ ਤਿਆਗ ਕਰ ਦਿੱਤਾ। ਉਹਨਾਂ ਦੀ ਅਵਸਥਾ ਗੁਰੂ ਬਾਬਾ ਜੀ ਫਰਮਾਉਂਦੇ ਨੇ, ਰੰਗ ਹੱਸੈ ਰੰਗ ਰੋਵੈ, ਚੁੱਪ ਪੀ ਕਰ ਜਾਹੇ, ਪਰਵਾਹ ਨਾਹੀ ਕਿਸੈ ਕਰੀ ਬਾਜ ਸੱਚੇ ਨਾ। ਉਹਨਾਂ ਦੀ ਸੁਰਤਾ ਪਰਮੇਸ਼ਰ ਨਾਲ ਜੁੜ ਗਈ। ਦੁਨੀਆ ਦੇ ਪਦਾਰਥ ਥੱਲੇ ਰਹਿ ਗਏ। ਰਿਦ ਸਿਧ ਨਾਵੇ ਕੀ ਦਾਸੀ, ਪ੍ਰਭ ਕੈ ਸਿਮਰਨ ਰਿਦ ਸਿਧ ਨੌ ਨਿਤ। ਨਵਨੀਤੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਨਾਮ ਤੇ ਆਏ। ਉਹਨਾਂ ਦੀ ਪੂਰਨ ਮਹਾਂਪੁਰਖਾਂ ਦੀ ਇਹ ਅਵਸਥਾ ਸੀ। ਕਹਿਣ ਤੋਂ ਭਾਵ ਉਹਨਾਂ ਦੀ ਕਥਾ ਕਿਉਂ ਨਿਰਾਰੀ ਹੈ? ਉਹ ਸਾਡੇ ਵਾਂਗ ਤ੍ਰਿਸ਼ਨਾਲੂ ਨਹੀਂ ਹੁੰਦੇ, ਉਹ ਸਾਡੇ ਵਾਂਗ ਇੱਛਾਵਾਂ ਵਿੱਚ ਨਹੀਂ ਹੁੰਦੇ। ਉਹ ਤਾਂ ਚਾਹ ਗਈ, ਚਿੰਤਾ ਮਿਟੀ, ਮਨੁਆ ਵੇ ਪਰਵਾਹ, ਜਿਸ ਕੋ ਕਛੂ ਨਾ ਚਾਹੀਏ ਸੋਈ ਸ਼ਹਿਨਸ਼ਾਹ। ਉਹਨਾਂ ਨੇ ਇਹ ਤ੍ਰਿਸ਼ਨਾ ਤੇ ਕਾਬੂ ਪਾ ਲਿਆ। ਉਹਨਾਂ ਦੀ ਕੋਈ ਇੱਛਾ ਨਹੀਂ ਹੁੰਦੀ, ਇੱਕ ਕੇਵਲ ਤੇ ਕੇਵਲ ਨਾਮ ਦੇ ਨਾਲ ਜੁੜੇ ਰਹਿਣਾ। ਤੇ ਸਾਡੇ ਵਰਗੇ ਜਿਹੜੇ ਮਾਇਆ ਧਾਰੀਆਂ ਨੂੰ ਵੱਡੇ ਸਮਝਦੇ ਨੇ, ਉਹਨਾਂ ਦੀ ਅਵਸਥਾ ਗੁਰੂ ਜੀ ਨੇ ਦੱਸੀ ਹੈ। ਅੰਤਰ ਚਿੰਤਾ ਨੈਣੀ ਸੁਖੀ, ਮੂਲ ਨਾ ਉਤਰੈ ਭੁਖ, ਨਾਨਕ ਸੱਚੇ ਨਾਮ ਬਿਨ ਕਿਸੈ ਨ ਲੱਥੋ ਦੁੱਖ। ਅਸੀਂ ਬਾਹਰੋਂ ਉਹਨਾਂ ਨੂੰ ਸੁਖੀ ਦੇਖਦੇ ਹਾਂ, ਪਰ ਭੂਮੀਆਂ ਭੂਮ ਉੱਪਰ ਨਿਤ ਲੂਜੈ, ਛੋੜ ਚਲੇ ਤ੍ਰਿਸ਼ਨਾ ਨਹੀਂ ਬੂਝੈ। ਇੱਥੇ ਛੱਡ ਕੇ ਦੁਨੀਆ ਤੇ ਉਹ ਸਾਰਾ ਕੁਝ ਚਲੇ ਜਾਂਦੇ ਨੇ, ਪਰ ਤ੍ਰਿਸ਼ਨਾ ਨਹੀਂ ਬੁਝਦੀ। ਅੰਤ ਵਿੱਚ ਕੀ ਕਹਿੰਦੇ ਨੇ? ਕਹੋ ਨਾਨਕ ਇਹ ਤਤ ਵਿਚਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਮਹਾਂਪੁਰਖ ਸਾਨੂੰ ਇਹੋ ਸਮਝਾਉਂਦੇ ਨੇ, ਐ ਜੀਵ ਭਜਨ ਤੋਂ ਬਿਨਾਂ ਛੁਟਕਾਰਾ ਨਹੀਂ, ਤੂੰ ਭਜਨ ਦੇ ਨਾਲ ਜੁੜ। ਇਸ ਵਾਸਤੇ ਮਹਾਂਪੁਰਖ ਸੰਸਾਰ ਤੇ ਆਉਂਦੇ ਨੇ। ਭਗਤਾਂ ਬਣ ਆਈ ਪ੍ਰਭ ਆਪਣੇ ਸਿਉ, ਜਲ ਥਲ ਮਹੀਲ ਸੋਈ। ਕੋਟ ਅਪਰਾਧੀ ਸੰਤ ਸੰਗ ਉਦਰੈ, ਜਮ ਤਾਂ ਕੈ ਨੇੜ ਨ ਆਵੈ। ਜਨਮ ਜਨਮ ਕਾ ਵਿਛੜਿਆ ਹੋਵੈ, ਤਿਨ ਹਰਿ ਸਿਉ ਆਣ ਮਿਲਾਵੈ। ਮਾਇਆ ਮੋਹ ਪਰਮ ਪਉ ਕਾਟੈ, ਸੰਤ ਸ਼ਰਨ ਜੋ ਆਵੈ। ਜਿਹਾ ਮਨੋਰਥ ਕਰ ਆਰਾਧੈ, ਸੋ ਸੰਤਨ ਤੇ ਪਾਵੈ। ਜਨ ਕੀ ਮਹਿਮਾ ਕੀਤਕ ਵਰਣੋ, ਜੋ ਪ੍ਰਭ ਆਪਣੇ ਭਾਣੇ। ਕਹੋ ਨਾਨਕ ਜਿਨ ਸਤਿਗੁਰ ਭੇਟਿਆ, ਤੇ ਸਭ ਤੇ ਭਏ ਨਕਾਣੇ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਰਾਮਦਾਸ ਸਰੋਵਰ ਦੇ ਕਿਨਾਰੇ ਸ੍ਰੀ ਅੰਮ੍ਰਿਤਸਰ ਸਾਹਿਬ ਜੋਤ ਜਗਾ ਰਹੇ ਨੇ। ਪਾਸ ਭਾਈ ਜੇਠਾ ਪੁਰਾਣਾ ਆਦਿਕ ਬ੍ਰਹਮ ਗਿਆਨੀ ਸਿੱਖ ਸਜੇ ਹੋਏ ਨੇ। ਗੁਰੂ ਬਾਬਾ ਜੀ ਆਪਣੀ ਰਸਨਾ ਤੋਂ ਤੁਰਕੀ ਬਾਣੀ ਦਾ ਜਾਪ ਕਰਦੇ ਨੇ। ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾ ਗਾਤੀ ਲੁਟੈ।
ਅਸੀਂ ਜਿਹੜੇ ਕਰਮ ਧਰਮ ਕਰਦੇ ਆ ਪੁੰਨਾਂ ਦੀ ਪ੍ਰਾਪਤੀ ਵਾਸਤੇ। ਸਿੱਖਾਂ ਨੇ ਪੁੱਛਣਾ ਕੀਤਾ, ਗਰੀਬ ਨਵਾਜ ਭਾਈ ਜੇਠਾ ਪੁਰਾਣਾ ਰਾਮਦਾਸ ਸਰੋਵਰ ਦੇ ਕਿਨਾਰੇ ਸਜੇ ਹੋਏ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ। ਮਹਾਰਾਜ ਜੀ, ਜੋ ਇਹ ਅਸੀਂ ਕਰਮ ਧਰਮ ਦੁਨੀਆ ਦੇ ਲੋਕ ਕਰਦੇ ਹਾਂ, ਇਹ ਕਿਤੇ ਕੰਮ ਵੀ ਆਉਣਗੇ ਕਿ ਨਾ? ਕਿਸੇ ਨੇ ਯੱਗ ਕਰਵਾ ਦਿੱਤਾ, ਕਿਸੇ ਨੇ ਪੁੰਨ ਕਰ ਦਿੱਤਾ, ਦਾਨ ਪੁੰਨ ਕਰ ਦਿੱਤਾ। ਗੁਰੂ ਜੀ ਨੇ ਕਹਿਣਾ ਕੀਤਾ, ਭਾਈ ਕਲਯੁਗ ਦੇ ਸਮੇਂ ਦੇ ਵਿੱਚ ਹਾਂ ਕੰਮ ਤਾਂ ਆਉਣਗੇ, ਪਰ ਜਦੋਂ ਇਹ ਸਰੀਰ ਨੇ ਮਿੱਟੀ ਹੋ ਜਾਣਾ, ਚੇਤਨ ਕਲਾ ਰੂਹ ਇਸ ਦੇ ਵਿੱਚੋਂ ਨਿਕਲ ਜਾਣੀ ਹੈ, ਆਤਮਾ ਜਦੋਂ ਇਸ ਨੂੰ ਜੰਮ ਲੈ ਕੇ ਜਾਣਗੇ ਧਰਮਰਾਜ ਦੀ ਕਚਹਿਰੀ ਵਿੱਚ। ਗੁਰਬਾਣੀ ਦਾ ਫਰਮਾਨ ਹੈ, ਅਮਲ ਸਿਰਾ ਨੂੰ ਲੇਖਾ ਦੇਣਾ, ਆਏ ਕਠਿਨ ਦੂਤ ਜਮ ਲੈਣਾ। ਇਹ ਸਮਾਂ ਸਾਰਿਆਂ ਤੇ ਆਉਣਾ ਹੈ। ਜਿਹੜੇ ਨਾਮ ਨਹੀਂ ਜਪਦੇ, ਸੇਵਾ ਸਿਮਰਨ ਬੰਦਗੀ ਨਹੀਂ ਕਰਦੇ, ਨਾਮ ਨਾ ਜਪਿਆ ਧਰਮ ਰਾਈ ਜਬ ਲੇਖਾ ਮੰਗੇ, ਕਿਆ ਮੁਖ ਲੈ ਕੇ ਜਾਹੇਗਾ, ਸਿਮਰਨ ਭਜਨ ਦਇਆ ਨਹੀਂ ਕੀਨੀ, ਤੋ ਮੁਖ ਚੋਟਾਂ ਖਾਹੇਗਾ। ਐ ਜੀਵ ਤੂੰ ਭਜਨ ਸਿਮਰਨ ਨਹੀਂ ਕਰਦਾ, ਜਦੋਂ ਸਮਾਂ ਆ ਗਿਆ ਤੇਰੇ ਸਵਾਸ ਮੁੱਕ ਗਏ, ਤੈਨੂੰ ਜਮਦੂਤ ਲੈਣ ਆਉਣਗੇ। ਨਾਨਕ ਆਖੈ ਰੇ ਮਨਾ ਸੁਣੀਐ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ, ਤਲਬਾ ਪੌਸਨ ਆਕੀਆਂ ਬਾਕੀ ਜਿਨਾ ਰਹੀ, ਅਜਰਾਈਲ ਫਰਿਸ਼ਤਾ ਹੋਸੀ ਆਏ ਤਈ, ਆਵਣ ਜਾਣ ਨਾ ਸੂਝੀ ਭੀੜੀ ਗਲੀ ਫਹੀ, ਕੂੜਨ ਖੁੱਟੈ ਨਾਨਕਾ ਓੜਕ ਸੱਚ ਰਹੀ। ਇਸ ਜੀਵ ਨੂੰ ਜਮਦੂਤ ਲੈ ਜਾਣਗੇ। ਭਗਤ ਕਬੀਰ ਜੀ ਦਾ ਫਰਮਾਨ, ਕਬੀਰ ਜਮ ਕਾ ਠੇਂਗਾ ਬੁਰਾ ਹੈ, ਉਹ ਨਾ ਸਹਿਆ ਜਾਏ। ਭਗਤ ਜੀ ਫਰਮਾਉਂਦੇ ਨੇ ਕਿ ਜਮਾਂ ਦੀ ਜਿਹੜੀ ਮਾਰ ਹੈ ਬੜੀ ਭੈੜੀ ਹੈ, ਬੜੀ ਬੁਰੀ ਹੈ। ਐ ਜੀਵ ਮੈਨੂੰ ਤਾਂ ਬਚਾ ਲਿਆ, ਏਕ ਜੋ ਸਾਧੂ ਮੋਹ ਮਿਲਿਓ ਤਿਨ ਲੀਆ ਅੰਚਲ ਲਾਏ। ਮੈਨੂੰ ਤਾਂ ਭਗਤ ਰਾਮਾਨੰਦ ਜੀ ਮਿਲ ਗਏ, ਭਗਤ ਕਬੀਰ ਜੀ ਦੇ ਅਨੁਸਾਰ ਉਹਨਾਂ ਨੇ ਮੈਨੂੰ ਤਾਰ ਲਿਆ, ਜਮਾਂ ਦੀਆਂ ਮਾਰਾਂ ਤੋਂ ਬਚਾ ਲਿਆ। ਪਰ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਦੀ ਬਾਬਤ ਫਿਰ ਭਗਤ ਜੀ ਨੇ ਫਰਮਾ ਦਿੱਤਾ, ਜਮ ਕਾ ਠੇਂਗਾ ਬੁਰਾ ਹੈ, ਉਹ ਨਾ ਸਹਿਆ ਜਾਏ, ਤੋ ਮੁਖ ਚੋਟਾਂ ਖਾਹੇਗਾ। ਇਹ ਸਾਡੇ ਵਾਸਤੇ ਫਰਮਾਨ ਹੈ। ਸਾਰੇ ਪੜੋ ਪ੍ਰੇਮ ਨਾਲ, ਮਨ ਨੂੰ ਵੀ ਇਸ਼ਾਰਾ ਕਰੀਏ ਜਿਹੜੇ ਭਜਨ ਸਿਮਰਨ ਨਹੀਂ ਕਰਦੇ। ਚੱਲੀ ਜਾਣੀ ਨਾ ਜਮਾਂ ਦੀ ਬੁਰੀ ਮਾਰਿਓ ਮਨਾ, ਚੱਲੀ ਜਾਣੀ ਨਾ, ਚੱਲੀ ਜਾਣੀ ਨਾ ਜਮਾਂ ਦੀ ਬੁਰੀ ਮਾਰਿਓ ਮਨਾ, ਚੱਲੀ ਜਾਣੀ ਨਾ, ਚੱਲੀ ਜਾਣੀ ਨਾ ਜਮਾਂ ਦੀ, ਜਾਣੀ ਨਾ ਜਮਾਂ ਦੀ, ਜਾਣੀ ਨਾ ਜਮਾਂ ਦੀ ਬੁਰੀ ਮਾਰੋ ਮਨਾ, ਚੱਲੀ ਜਾਣੀ ਨਾ, ਚੱਲੀ ਜਾਣੀ ਨਾ ਜਮਾਂ ਦੀ ਬੁਰੀ ਮਾਰੋ ਮਨਾ, ਚੱਲੀ ਜਾਣੀ ਨਾ, ਚੱਲੀ ਚੱਲੀ ਜਾਣੀ ਨਾ, ਚੱਲੀ ਜਮ ਕਾ ਠੇਂਗਾ ਬੁਰਾ ਹੈ,
ਕਾ। ਨਾ ਸਹੀਆ ਜਾਈ ਜੀ ਚਲੀ ਜਾਣੀ ਨਾ, ਚਲੀ ਜਾਣੀ ਨਾ ਜਮਾਦੀ ਬੁਰੀ ਮਾਰਿਓ ਮਨਾ, ਚਲੀ ਜਾਣੀ ਨਾ ਚਲੀ। कबीर जम का ठेंगा बुरा है ओ ना सहिया जाए, एक जो साधु मोह मिले ओ तिन लिया अंचल लाए। भगत जी फरमा रहे ने जमा दी मार बड़ी भैड़ी है बुरी है, जमा दा हंटर, परंतु मैनू तां मिल गई महापुरखां दी संगत, बचा लिया उन्हां ने मैनू तार दिता अपने नाल ला करके। इसे तरह दे नाल गुरबाणी विच फरमान आउंदा है, राम सिमर पछताहेगा मन पापी जीरा लोभ करत है आज काल उठ जाहेगा। लालच लागे जन्म गवाया माया परम भुलाहेगा, तन जोबन का गर्भ न कीजे कागद जो गल जाहेगा। असी माया दा हंकार करी बैठे आ, कोई अपनी विद्या दा हंकार करी बैठे, कोई पदार्थां दा, कोई अपनी जवान अवस्था दा, पर एक कागज दे वांगू गल जाणियां ने सारियां चीजां। कागज ज्यों गल जाहेगा, जो जम आए केस गह पट के तां दिन कछ न बसाहेगा। सिमरन भजन दया नहीं कीनी तो मुख चोटां खाहेगा। धर्म राय जब लेखा मांगे क्या मुख लेके जाहेगा। जदों धर्म राजे ने लेखा जोखा मंगिया कि भाई तू सारा जीवन अपना कढ़ दिता संसार विच, कोई चंगा कर्म तां कीता ना। फरीदा चार गवाया हंड के चार गवाया, सम लेखा रब मगेसिया तू आहो केरे कम। चार पहर सौ के गवा लिया, चार पहर भज दौड़ के गवा लिया, भजन बंदगी सिमरन कीते ही नहीं। फरीदा जिन्नी कमी नाहे गुण ते कमड़े विसार, मत शर्मिंदा थी वही साईं दे दरबार। एह जे कर्म ना कर जिस करके तेनू ओ कचहरी विच शर्मिंदा होना पै जावे। सिमरन भजन दया नहीं कीनी तो मुख चोटा खाहेगा। धर्म राय जब लेखा मांगे क्या मुख लेके जाहेगा। अंत विच फिर कहंदे ने उपाय की है इन्हां तो बचण दा, संसार तो तरन दा उपाय की है जिथों आरंभता हुई है। कह कबीर सुनो रे संतो साध संगत तर जाहेगा। ये सत संगत तार लवेगी, ये समा तार लवेगा संसार तो। धन गुरु अर्जन देव महाराज जी नूं सिख बेनती करते ने गरीब नवाज, ये दुनिया के लोग जो कर्म धर्म करते ने, कोई तीर्थां ते जाके इशनान करदे गंगा विच, कोई यज्ञ करवाउंदा है, कोई दान पुण्य करदा है, कर्म धर्म कित्थे काम आउणगे। गुरु जी ने कह दिता जदों जमदूत लैके जाणगे इस जीव की रूह नूं धर्मराज की कचहरी विच, ये तां रास्ते विच ही मुक जाणे ने। आखो सतनाम श्री, ये कर्म धर्म तां रास्ते विच ही खत्म हो जाणे ने। किते बड़ी कैड़ी धुप आ गई, इत्थे किसे नूं छां कीती दुनिया विच, उसदा फल मंग लिया जीव ने बचण वास्ते, वो फल दे दिता। जमदूत ने उत्थे ही कर्म कीता, उत्थे ही खत्म हो गया। कचहरी तक धर्म राजे दी पहुंचदियां तक तां ही कर्म धर्म इत्थे ही रह जाणे ने।
ਜਮ ਜਗਾਤੀਆਂ ਨੇ ਲੁੱਟ ਲੈਣੇ ਨੇ ਰਸਤੇ ਵਿੱਚ। ਗੁਰੂ ਜੀ ਨੇ ਫਰਮਾਨ ਕੀਤਾ, ਗੁਰਸਿੱਖੋ ਕਰਮ ਧਰਮ ਪਾਖੰਡ ਜੋ ਦੀਸੇ, ਤਿਨ ਜਮ ਜਗਾਤੀ ਲੁੱਟੈ। ਇਹਨਾਂ ਨੂੰ ਤਾਂ ਜਮ ਜਗਾਤੀ ਇਹ ਰਸਤੇ ਵਿੱਚ ਲੁੱਟ ਲੈਣਗੇ ਜਿਹੜੇ ਅਸੀਂ ਪਖੰਡ ਕਰਦੇ ਫਿਰਦੇ ਆ। ਇਹ ਕਰਮ ਧਰਮ ਇਹ ਲੇਖੇ ਵਿੱਚ ਨਹੀਂ। ਫਿਰ ਕਰਨਾ ਕੀ ਚਾਹੀਦਾ? ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ। ਪ੍ਰਭੂ ਦਾ ਕੀਰਤਨ ਕਰੋ, ਉਸ ਦੀ ਵਡਿਆਈ ਕਰੋ, ਇਹ ਸਤ ਸੰਗਤ ਕਰੋ ਜਿਸ ਨੇ ਸਾਨੂੰ ਤਾਰ ਦੇਣਾ। ਨਾਮ ਜਪੋ ਪ੍ਰਭੂ ਦਾ, ਨਿਰਵਾਣ ਕੀਰਤਨ ਕਰੋ, ਤਦੇ ਮਹਾਂਪੁਰਖ ਪੜਿਆ ਕਰਦੇ ਸਾਰੇ ਪੜਿਓ। ਛੱਡ ਦੀਪ ਖੰਡ ਮਨਾ ਮੀਰਿਆ, ਤੂੰ ਨਾਮ ਜਪ ਤਰ ਜਾਵੇਂਗਾ। ਛੱਡ ਦੀਪ ਖੰਡ ਮਨਾ ਮੀਰਿਆ, ਨਾਮ ਜਪ ਤਰ ਜਾਵੇਂਗਾ। ਨਾਮ ਜਪ ਤਰ ਜਾਵੇਂਗਾ। ਛੱਡ ਦੀਪ ਖੰਡ ਮਨਾ, ਨਾਮ ਜਪ ਤਰ ਜਾਵੇਂਗਾ। ਉਹ ਛੱਡ ਦੀਪ ਖੰਡ ਮਨਾ ਮੀਰਿਆ, ਤੂੰ ਨਾਮ ਜਪ ਤਰ ਜਾਵੇਂਗਾ। ਛੱਡ ਦੀਪ ਖੰਡ ਮਨਾ ਮੀਰਿਆ, ਨਾਮ ਜਪ ਤਰ ਜਾਵੇਂਗਾ। ਛੱਡ ਦੀਪ ਖੰਡ ਮਨਾ, ਮਨਾ ਮੀਰਿਆ। ਛੱਡ ਦੀਪ ਖੰਡ ਮਨਾ ਮੀਰਿਆ। ਛੱਡ ਦੀਪ ਖੰਡ ਮਨਾ ਮੀਰਿਆ। ਛੱਡ ਦੀਪ ਖੰਡ ਮਨਾ ਮੀਰਿਆ। ਮਨਾ ਮੀਰਿਆ। ਛੱਡ ਦੀਪ ਖੰਡ 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 ਮਨਾ ਮੀਰਿਆ, ਤੂੰ ਨਾਮ ਜਪ ਤਰ ਜਾਵੇਂਗਾ। ਛੱਡ ਦੀਪ ਖੰਡ ਮਨਾ ਮੀਰਿਆ, ਨਾਮ ਜਪ ਤਰ ਜਾਵੇਂਗਾ। ਕਰਮ ਧਰਮ ਪਾਖੰਡ ਜੋ ਦੀਸੇ, ਤਿਨ ਜਮ ਜਗਾਤੀ ਲੁੱਟੇ। ਕੀ ਕਰਨਾ ਚਾਹੀਦਾ? ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੇ। ਫਿਰ ਪੁੱਛਿਆ ਗਰੀਬ ਨਵਾਜ, ਇਹ ਸੰਸਾਰ ਦਾ ਸਮੁੰਦਰ ਕਿਵੇਂ ਤਰੀਏ, ਕਿਵੇਂ ਤਰਨਾ ਹੋਵੇ? ਇਹ ਸੰਸਾਰ ਦੇ ਸਮੁੰਦਰ ਨੂੰ ਬੜੇ ਡੁੱਬ ਜਾਂਦੇ ਨੇ, ਬੜੇ ਡੁੱਬ ਗਏ। ਆਪਣੇ ਆਪ ਨੂੰ ਸਿਆਣੇ ਸਮਝਣ ਵਾਲੇ ਉਹ ਵੀ ਡੁੱਬ ਗਏ। ਗੁਰੂ ਜੀ ਦਾ ਫਰਮਾਨ ਹੈ, ਗੁਰ ਕੀ ਮਤ ਤੂੰ ਲੇਹ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਭਗਤ ਤੋਂ ਬਿਨਾ ਤਾਂ ਬੜੇ ਵੱਡੇ ਵੱਡੇ ਸਿਆਣੇ ਡੁੱਬ ਗਏ। ਆਪਣੇ ਆਪ ਨੂੰ ਵਿਦਵਾਨ ਕਹਾਉਣ ਵਾਲੇ ਡੁੱਬ ਗਏ। ਪੜ੍ਹਦੇ ਹਾਂ ਤਿਤ ਸਰਵਰ ਨੇ ਭਈਲੇ ਨਿਵਾਸਾ, ਪਾਣੀ ਪਾਵਿਤ ਨਹਿ ਕੀਆ। ਪੰਕ ਜੋ ਮੋਹ ਪਗ ਨਹੀਂ ਚਾਲੇ, ਹਮ ਦੇਖਾ ਤਹ ਡੂਬੀ ਅਲੇ।
ਕੋਈ ਮੋਹ ਦੇ ਚਿੱਕੜ ਦੇ ਵਿੱਚ ਫਸ ਗਿਆ, ਡੁੱਬ ਗਿਆ, ਕੋਈ ਕ੍ਰੋਧ ਦੇ, ਕੋਈ ਲੋਭ ਦੇ। ਇਹ ਨਦੀਆਂ ਵਗ ਰਹੀਆਂ ਨੇ। ਹੰਸ ਹੇਤ ਕੋਪ ਲੋਭ ਚਾਰੇ ਨਦੀਆਂ ਅੱਗ, ਪਵੇ ਦਜੈ ਨਾਨਕਾ ਤਰੀਏ ਕਰਮੀ ਲੱਗ। ਨਾਮ ਦੇ ਨਾਲ ਲੱਗ ਕੇ ਕੀ ਤਰ ਜਾਂਦੇ ਨੇ, ਬਾਕੀ ਅਗਨੀ ਦੀਆਂ ਨਦੀਆਂ ਵਿੱਚ ਡੁੱਬ ਕੇ ਸੜ ਜਾਂਦੇ ਨੇ। ਪੁੱਛਿਆ ਗਰੀਬ ਨਵਾਜ ਕਿਵੇਂ ਤਰੀਏ ਸੰਸਾਰ ਦੇ ਸਮੁੰਦਰ ਨੂੰ। ਗੁਰੂ ਜੀ ਨੇ ਫਰਮਾਉਣਾ ਕੀਤਾ, ਇਹ ਤੁਰ ਦਰਗਾਹ ਦੀ ਬਾਣੀ ਦੁਆਰਾ, ਸੰਤ ਹੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਭਾਈ ਜੇਠਾ ਪੁਰਾਣਾ ਆਦਿਕ ਸਿੱਖਾਂ ਵੱਲ ਇਸ਼ਾਰਾ ਕਰਦੇ ਹੋਏ ਕਿ ਜਿਹੜਾ ਮਹਾਂਪੁਰਖਾਂ ਦਾ, ਸਤਿਪੁਰਖਾਂ ਦਾ ਬਚਨ ਕਮਾ ਲੈਂਦਾ, ਉਹ ਸੰਸਾਰ ਦੇ ਸਮੁੰਦਰ ਤੋਂ ਸਹਿਜੇ ਤਰ ਜਾਂਦਾ ਹੈ। ਜੇ ਕੋ ਬਚਨ ਕਮਾਵੀ ਸੰਤਾਂ ਦਾ, ਗੁਰ ਪ੍ਰਸਾਦੀ ਪਾਰ ਪਾਵੇਗਾ। ਜੇ ਕੋਈ ਬਚਨ ਕਮਾਵੇ ਸੰਤਾਂ ਦਾ, ਗੁਰ ਪ੍ਰਸਾਦੀ ਪਾਰ ਪਾਵੇਗਾ। ਗੁਰ ਪ੍ਰਸਾਦੀ ਪਾਰ ਪਾਵੇਗਾ। ਗੁਰ ਪ੍ਰਸਾਦੀ ਪਾਰ ਪਾਵੇਗਾ। ਗੁਰ ਪ੍ਰਸਾਦੀ ਜੀ ਪਾਰ ਪਾਵੇਗਾ। ਗੁਰ ਪ੍ਰਸਾਦੀ ਜੀ ਪਾਰ ਪਾਵੇਗਾ। ਗੁਰ ਪ੍ਰਸਾਦੀ ਜੀ ਪਾਰ ਪਾਵੇਗਾ। ਗੁਰ ਪ੍ਰਸਾਦੀ ਪਾਰ ਪਾਵੇਗਾ। ਜੇ ਕੋ ਬਚਨ ਕਮਾਵੀ ਸੰਤਾਂ ਦਾ, ਗੁਰ ਪ੍ਰਸਾਦੀ ਪਾਰ ਪਾਵੇਗਾ। ਬਚਨ ਕਮਾਵੀ ਸੰਤਾਂ ਦਾ, ਗੁਰ ਪ੍ਰਸਾਦੀ ਪਾਰ ਪਾਵੇਗਾ। ਸੰਤ ਹੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਬਚਨ ਸੁਣ ਤਾਂ ਅਸੀਂ ਸਾਰੀ ਲੈਨੇ ਹਾਂ, ਪਰ ਜਦੋਂ ਕਮਾਉਣ ਦੀ ਗੱਲ ਹੁੰਦੀ ਹੈ ਫਿਰ ਕੋਈ ਵਿਰਲੇ ਰਹਿ ਜਾਂਦੇ ਨੇ। ਪਰ ਜਿਨ੍ਹਾਂ ਨੇ ਕਮਾ ਲਿਆ ਉਹ ਤਰ ਗਏ, ਉਹਨਾਂ ਦੀ ਬਾਤ ਫਿਰ ਫਰਮਾ ਵੀ ਦਿੱਤਾ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ। ਉਹਨਾਂ ਦੀ ਮਹਿਮਾ ਕਥਨ ਤੋਂ ਬਾਹਰ ਹੋ ਗਈ। ਜੇਕਰ ਮੰਨ ਲਈਏ ਫਿਰ ਕੀ ਹੋ ਜਾਵੇਗਾ।
ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹਿ ਚੋਟਾ ਨਾ ਖਾਏ, ਮੰਨੈ ਜਮ ਕੇ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਈ। ਇਹ ਮੰਨਣ ਵਾਲਿਆਂ ਦੀ ਗਤੀ ਹੈ। ਕਹਿਣ ਤੋਂ ਭਾਵ ਗੁਰੂ ਜੀ ਨੇ ਫਰਮਾਇਆ ਪੰਚਮ ਪਾਤਸ਼ਾਹ ਨੇ ਕਿ ਜਿਨ੍ਹਾਂ ਨੇ ਮੰਨ ਲਿਆ ਮਹਾਂਪੁਰਖਾਂ ਦਾ ਬਚਨ, ਉਹ ਗੁਰੂ ਦੀ ਕਿਰਪਾ ਨਾਲ ਗੁਰ ਪ੍ਰਸਾਦੀ ਤਰਿਓ, ਗੁਰੂ ਦੀ ਕਿਰਪਾ ਨਾਲ ਤਰ ਗਏ, ਤਰ ਜਾਣਗੇ ਜਿਹੜੇ ਮੰਨ ਲੈਣਗੇ। ਫਿਰ ਪੁੱਛਿਆ ਗਰੀਬ ਨਵਾਜ, ਦੁਨੀਆ ਬੜੇ ਵੇਦ ਕਤੇਬ ਸ਼ਾਸਤਰ ਸਿਮਰਤੀਆਂ ਵਿਚਾਰਦੀ ਹੈ, ਪੜ੍ਹਦੀ ਹੈ, ਉਹਨਾਂ ਦਾ ਕੀ ਫਲ ਹੈ? ਗੁਰੂ ਜੀ ਨੇ ਫਰਮਾਇਆ ਵੇਦ ਕਤੇਬ ਪੜ੍ਹੇ ਸਭ ਸ਼ਾਸਤ, ਇਨ ਪੜ੍ਹਿਆ ਮੁਕਤ ਨਾ ਹੋਈ, ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ। ਇਹ ਵੇਦ ਕਤੇਬ ਸਿਮਰਤ ਸ਼ਾਸਤਰ, ਇਹਨਾਂ ਨੂੰ ਪੜ੍ਹਿਆ ਹੀ ਮੁਕਤ ਨਹੀਂ ਹੋਣੀ ਜੇਕਰ ਇਹਨਾਂ ਦੇ ਵਿੱਚ ਜੋ ਲਿਖਿਆ ਉਹਨਾਂ ਨੂੰ ਨਾ ਮੰਨਿਆ, ਨਾ ਵਿਚਾਰਿਆ। ਵੇਦ ਕਤੇਬ ਸਿਮਰਤ ਸਭ ਸ਼ਾਸਤਰ, ਇਨ ਪੜ੍ਹਿਆ ਮੁਕਤ ਨਾ ਹੋਈ, ਇੱਕ ਅੱਖਰ ਜਿਸ ਦੀ ਬਾਬਤ ਲਿਖਿਆ, ਕਿਨਕਾ ਏਕ ਜਿਸ ਜੀਵ ਸਾਵੇ, ਤਾਂ ਕਿ ਮਹਿਮਾ ਗਨੀ ਨਾ ਆਵੇ। ਉਹ ਇੱਕ ਨਾਮ ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਉਹ ਇੱਕ ਅੱਖਰ ਵਾਹਿਗੁਰੂ ਦਾ ਨਾਮ ਜੇ ਨਾ ਵਸਿਆ ਤਾਂ ਇਹਨਾਂ ਪੜ੍ਹਿਆਂ ਦਾ ਕੋਈ ਲਾਭ ਨਹੀਂ। ਕੋਟ ਤੀਰਥ ਮਜਨ ਇਸ਼ਨਾਨਾ, ਇਸ ਕਲ ਮਹਿ ਮੈਲ ਭਰੀਜੈ। ਬੜੇ ਇਸ਼ਨਾਨ ਕਰਦੇ ਨੇ ਜਾ ਕੇ ਤੀਰਥਾਂ ਤੇ ਲੋਕ, ਉਸ ਦਾ ਫਲ ਕੀ ਹੈ? ਕੋਟ ਤੀਰਥ ਮਜਨ ਇਸ਼ਨਾਨਾ, ਇਸ ਕਲ ਮਹਿ ਮੈਲ ਭਰੀਜੈ। ਉਸ ਤੋਂ ਜ਼ਿਆਦਾ ਫਲ ਹੈ ਸਾਧ ਸੰਗਤ ਜੋ ਹਰ ਗੁਣ ਗਾਵੇ, ਸੋ ਨਿਰਮਲ ਕਰ ਲੀਜੈ। ਜਿਹੜੇ ਸੰਗਤ ਵਿੱਚ ਆਉਂਦੇ ਨੇ ਉਹ ਤੀਰਥਾਂ ਤੇ ਇਸ਼ਨਾਨ ਕਰਨ ਵਾਲਿਆਂ ਦੇ ਨਾਲੋਂ ਵੱਧ ਲਾਭ ਉਠਾਉਂਦੇ ਨੇ। ਅੰਤ ਵਿੱਚ ਫਿਰ ਪੁੱਛਿਆ ਗੁਰੂ ਜੀ ਨੂੰ ਸਿੱਖਾਂ ਨੇ, ਮਹਾਰਾਜ ਇਹ ਜੋ ਗੁਰੂ ਜੀ ਦਾ ਉਪਦੇਸ਼ ਹੈ ਅਸੀਂ ਪੜ੍ਹਦੇ ਹਾਂ, ਗੁਰੂ ਨਾਨਕ ਦੇਵ ਮਹਾਰਾਜ ਜੀ ਦਾ, ਇਹ ਕੇਵਲ ਗੁਰਸਿੱਖਾਂ ਵਾਸਤੇ ਹੈ, ਸਿੱਖ ਧਰਮ ਵਾਸਤੇ ਹੈ? ਗੁਰੂ ਜੀ ਨੇ ਫਰਮਾਉਣਾ ਕੀਤਾ ਪੰਚਮ ਪਾਤਸ਼ਾਹ ਨੇ, ਖੱਤਰੀ ਬ੍ਰਾਹਮਣ ਸੂਦ ਬੈਸ, ਉਪਦੇਸ਼ ਚੌ ਵਰਨਾ ਕੋ ਸਾਂਝਾ। ਕੇਵਲ ਗੁਰਸਿੱਖਾਂ ਦਾ ਨਹੀਂ, ਭਾਵੇਂ ਖੱਤਰੀ ਪੰਡ ਸ਼ੂਦਰ ਵੈਸ਼, ਕੋਈ ਸਾਰੇ ਇੱਕੋ ਨੇ, ਕੋਈ ਵੱਡਾ ਛੋਟਾ ਨਹੀਂ। ਗੁਰਮੁਖ ਨਾਮ ਜਪੈ ਉਦਰੇ, ਸੋ ਕਲ ਮੈਂ ਕਟ ਕਟ ਨਾਨਕ ਮਾਂਝਾ। ਇਉਂ ਗੁਰੂ ਜੀ ਫਰਮਾਉਂਦੇ ਨੇ, ਸਾਰੇ ਆਖਰੀ ਤਾਰਨਾ ਪੜੋ। ਉਪਦੇਸ਼ ਸ੍ਰੀ ਗੁਰੂ ਨਾਨਕ ਦਾ, ਉਪਦੇਸ਼ ਸ੍ਰੀ ਗੁਰੂ ਨਾਨਕ ਦਾ, ਚੌਵਰਨਾ ਕੋ ਸਾਂਝਾ। ਉਪਦੇਸ਼ ਸ੍ਰੀ ਗੁਰੂ ਨਾਨਕ ਦਾ, ਉਪਦੇਸ਼ ਸ੍ਰੀ ਗੁਰੂ ਨਾਨਕ ਦਾ। ਚੌਵਰਨਾ ਕੋ ਸਾਂਝਾ। ਉਪਦੇਸ਼ ਸ੍ਰੀ ਗੁਰੂ ਨਾਨਕ ਦਾ, ਉਪਦੇਸ਼ ਸ੍ਰੀ ਗੁਰੂ ਨਾਨਕ ਦਾ। ਖੱਤਰੀ ਬ੍ਰਾਹਮਣ ਸੂਦ ਵੈਸ਼, ਉਪਦੇਸ਼ ਚੌਵਰਨਾ ਕੋ ਸਾਂਝਾ। ਗੁਰਮੁਖ ਨਾਮ ਜਪੈ ਉਦਰੇ, ਸੋ ਕਲ ਮੈਂ ਕਟ ਕਟ ਨਾਨਕ ਮਾਂਝਾ। ਇਸ ਵਾਸਤੇ ਤਰ ਜਾਵਾਂਗੇ ਅਸੀਂ ਵੀ ਸੰਸਾਰ ਦੇ ਸਮੁੰਦਰ ਤੋਂ, ਪ੍ਰਭੂ ਦਾ ਨਾਮ ਜਪੀਏ, ਮਹਾਂਪੁਰਖਾਂ ਦੀ ਕਰੀਏ ਸੰਗਤ, ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲਾ ਬਣਾਈਏ। ਆਓ ਮਹਾਂਪੁਰਖਾਂ ਦੀ ਯਾਦ ਵਿੱਚ ਬੜੇ ਲੰਮੇ ਸਮੇਂ ਤੋਂ ਜੁੜ ਬੈਠੇ ਸੀ, ਸਮਾਂ ਵੀ ਸਮਾਪਤੀ ਦਾ ਹੋ ਗਿਆ ਹੈ। ਇਸੇ ਤਰ੍ਹਾਂ ਦੇ ਨਾਲ ਆਓ ਹੁਣ ਸਾਰੀ ਸੰਗਤ ਸਾਰੇ ਹੀ ਮਹਾਂਪੁਰਖਾਂ ਤੋਂ ਅੱਗੇ ਲਾਹੀ ਪ੍ਰਾਪਤ ਕੀਤੇ ਨੇ, ਅੱਗੇ ਵੀ
ਸਿੰਘ ਸਾਹਿਬ ਸਜੇ ਹੋਏ ਨੇ, ਉਹਨਾਂ ਤੋਂ ਲਾਹੇ ਪ੍ਰਾਪਤ ਕਰਨੇ ਨੇ। ਦਾਸ ਦੀ ਤਨਿਕ ਹਾਜ਼ਰੀ ਪ੍ਰਵਾਨ ਕਰਨੀ। ਇਸੇ ਤਰ੍ਹਾਂ ਨਾਲ ਹਰ ਸਾਲ ਦੀ ਤਰ੍ਹਾਂ ਮਹਾਂਪੁਰਖਾਂ ਦੀ ਯਾਦ ਜੁੜ ਬੈਠੇ ਆ। ਲਾਹੇ ਪ੍ਰਾਪਤ ਕਰੋ। ਉੱਤਮ ਸ਼ਲੋਕ ਸਾਧ ਕੇ ਬਚਨ, ਅਮਲੀਕ ਲਾਲ ਰਤਨ, ਸੁਣਤ ਕਮਾਵਤ ਹੋਤ ਉਧਾਰ। ਆਪ ਤਰੈ ਲੋਕੈ ਨਿਸਤਾਰ, ਭੁੱਲ ਤੇ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।